ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਲੈ ਕੇ 4 ਵਜੇ ਤੱਕ ਕੀਤਾ ਭਾਰਤ ਬੰਦ। ਭਾਰਤ ਦੇ ਬੰਦ ਦੇ ਸੱਦੇ ਨੂੰ ਮਿਲੀ ਭਰਵੀਂ ਹਮਾਇਤ। ਬੈਂਕਾਂ ਸਮੇਤ ਸਮੂਹ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹੇ। ਭਾਰਤ ਬੰਦ ਉੱਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਵੱਡਾ ਬਿਆਨ। ਕਿਹਾ ਭਾਰਤ ਬੰਦ ਰਿਹਾ ਸਫਲ। ਕੇਂਦਰ ਸਰਕਾਰ ਨੂੰ ਕੀਤੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਅਪੀਲ। ਭਾਰਤ ਬੰਦ ਉੱਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦਾ ਵੱਡਾ ਬਿਆਨ। ਕਿਹਾ ਆਪਣੀ ਬੰਜਰ ਜ਼ਮੀਨ ਉੱਤੇ ਖੇਤੀ ਦੀ ਕੋਸ਼ਿਸ਼ ਕਰ ਰਹੀਆਂ ਨੇ ਵਿਰੋਧੀ ਪਾਰਟੀਆਂ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਗਿਆ। ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਕਿਸਾਨਾਂ ਨੇ ਭਾਰਤ ਬੰਦ ਕੀਤਾ, ਜਿਸ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਗਾਜੀਪੁਰ ਬਾਰਡਰ ਉੱਤੇ ਟਿਕੈਤ ਰੋਟੀਆਂ ਪਕਾਉਂਦੇ ਵੀ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਬਣਾਏਗਾ। ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਉੱਤੇ ਤਿੱਖਾ ਤੰਜ ਕੱਸਿਆ। ਉਹਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨ ਰਹੀ, ਜਿਸ ਕਾਰਨ ਕਿਸਾਨਾਂ ਨੇ ਭਾਰਤ ਬੰਦ ਕੀਤਾ ਹੈ। ਉਹਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਦੇਸ਼ ਵਿੱਚ ਸੰਘਰਸ਼ ਦੇ ਰਾਹ ਉੱਤੇ ਤੁਰੇ ਹੋਏ ਨੇ। ਟਿਕੈਤ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਉਹਨੇ ਕਿਹਾ ਕਿ ਭਾਰਤ ਸਰਕਾਰ ਤੇ ਭਾਰਤ ਬੰਦ ਦਾ ਕਾਫी असर पड़ेगा। सरकार बातचीत शुरू करे और इसका समाधान निकाल ले। सरकार तो लगातार कह रही है कि बातचीत करें। सरकार झूठ बोल रही है। सरकार झूठ बोल रही है। जिस दिन बातचीत करेगी वो कर लेगी, हम बात करेंगे उससे। और क्यों करने दे रहे भाई ने समर्थन, इन्हें पकड़ कर जेल में बंद करो। जो उनसे आ रहे हैं यहाँ पे जिन ने समर्थन करा उनके खिलाफ पर्चे दर्ज करके और उन पे NSA लगा के जेल में बंद करो। लेकिन विपक्ष वालों को लगता नहीं आपको कि जिस तरीके से रोड बंद कर रखे हैं लोगों को दिक्कतों का सामना करना पड़ रहा होगा? ना, हमें तो नहीं लग रहा। हमने कहा रोड बंद कर रखे, रोड तो सरकार ने बंद कर रखे। अच्छा, 10 महीने हो चुके हैं आंदोलन को। कई बार इस तरीके से किया भी गया है कि भारत बंद का आह्वान किया गया है। लगता है कुछ असर पड़ने वाला है? हाँ, पड़ेगा असर। आज चैनल वाले बहुत आए, असर पड़ेगा कुछ ना कुछ। भारत बंद का तो ठीक है, इस तरह के तो होने चाहिए कभी कभी प्रोग्राम। असर पड़ेगा। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ 3 ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਦੀ ਹੈ ਤਾਂ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਹੋਵੇਗਾ। ਉਹਨਾਂ ਨੇ ਸਕੱਤਰੇਤ ਵਿੱਚ ਦਿੱਲੀ ਲਈ ਇੱਕ ਸੈਰ ਸਪਾਟਾ ਐਪ ਲਾਂਚ ਕਰਨ ਦੇ ਇੱਕ ਪ੍ਰੋਗਰਾਮ ਤੋਂ ਵੱਖ ਕਿਹਾ ਕਿ ਅਸੀਂ ਭਗਤ ਸਿੰਘ ਦੀ ਜਯੰਤੀ ਮਨਾ ਰਹੇ ਹਾਂ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਸਰਵਉੱਚ ਬਲੀਦਾਨ ਦਿੱਤਾ। ਉਹਨਾਂ ਨੇ ਇਸ ਦਿਨ ਲਈ ਆਜ਼ਾਦੀ ਦੀ ਲੜਾਈ ਨਹੀਂ ਲੜੀ ਸੀ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੜਕਾਂ ਉੱਤੇ ਬੈਠ ਕੇ 1 ਸਾਲ ਤੱਕ ਵਿਰੋਧ ਕਰਨਾ ਪਵੇ। ਸੰਸਦ ਮੈਂਬਰ ਦੀਪਿੰਦਰ ਸਿੰਘ ਹੁੱਡਾ ਨੇ ਇਹ ਬਿਆਨ ਦਿੱਤਾ। ਉਹਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਕਿਸਾਨ ਅੰਦੋਲਨ ਇੰਨੇ ਲੰਬੇ ਸਮੇਂ ਤੋਂ ਜਾਰੀ ਹੈ। ਉਹਨੇ ਕਿਹਾ ਕਿ ਸਰਕਾਰ ਦਾ ਲੋਕਤੰਤਰ 'ਚ ਵਿਸ਼ਵਾਸ ਨਹੀਂ ਹੈ। ਉਹਨੇ ਇਹ ਵੀ ਕਿਹਾ ਕਿ ਸਰਕਾਰ ਵੱਡਾ ਦਿਲ ਦਿਖਾਏ ਤੇ ਖੇਤੀ ਕਾਨੂੰਨ ਵਾਪਸ ਲਵੇ। भारत बंद के साथ करोड़ों किसानों की भावना जुड़ी हुई है। आपने क्या कभी ऐसा लंबा आंदोलन देखा? जो 1 साल हो गए, 10 महीने से तो बैठी हैं धरनों पे, और 1 साल में लाखों करोड़ों किसानों ने शिरकत करी हो, 600 से ज़्यादा किसानों की जानें इन धरनों पे चली गई हों। कभी इतना लंबा आंदोलन आपने नहीं देखा होगा, और कभी इतनी लंबी कोई सरकार की जिद भी नहीं देखी होगी। इतनी लंबी जिद, इतना बड़ा घमंड, इतना बड़ा राजहट कि अपने देशवासियों की बात को इस तरीके से नज़रअंदाज करना, उनकी आवाज़ को कुचलने का काम कोशिश करना, प्रयास करना, ये बड़े दुर्भाग्यपूर्ण और पीड़ादायक स्थिति है। सरकार लोकतंत्र में विश्वास, ऐसा लगता है कि ऐसा मेरा दिखाई देता है मुझे कि वो नहीं रखना चाहती, और किसान लोकतंत्र की गरिमाओं में शांतिपूर्ण संघर्ष में विश्वास रख रहे हैं। किसानों से सरकार बड़े दिल दिखाए, बड़े दिल से पहले बड़ा दिल दिखाए और खुले दिल से बातचीत का न्योता दे, जिसमें सरकार मन बनाए कि कानूनों की वापसी करी जाएगी। यदि सरकार किसी प्रणाली में कोई बदलाव लाना चाहती है तो नया बिल का मसौदा तैयार करके संसदीय स्थायी समिति को सौंपा जाए, पार्लियामेंट्री स्टैंडिंग कमेटी को, जो कि किसान संगठनों को आमंत्रित तब किया जाए और उनके सुझावों को मानते हुए लगभग सब सहमति बनाकर ही वो बिल संसद के अंदर लाकर उस पर कानून बनाया जाए। तो ये एक प्रक्रिया का मैं सुझाव सरकार को मैं देना चाहता हूँ कि मगर उसके लिए अनिवार्य है कि बड़ा दिल दिखाए सरकार।
ਕੇਂਦਰੀ ਮੰਤਰੀ ਮੁਖਤਾਰ ਅब्बास ਨਕਵੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਭਾਰਤ ਬੰਦ ਨੂੰ ਦਿੱਤੇ ਜਾ ਰਹੇ ਸਮਰਥਨ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਉੱਤੇ ਸਿਆਸੀ ਹਮਲਾ ਬੋਲਿਆ। ਉਹਨੇ ਕਿਹਾ ਕਿ ਸਿਆਸੀ ਪਾਰਟੀਆਂ ਕੁਝ ਗਿਣੇ ਚੁਣਵੇਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਜਿਹੀਆਂ ਵਿਰੋਧੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਮੋਢਿਆਂ ਉੱਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜਦਕਿ ਦੇਸ਼ ਤੇ ਵੱਡੀ ਗਿਣਤੀ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਅਤੇ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਕੇਂਦਰੀ ਮੰਤਰੀ ਮੁਖਤਾਰ ਅब्बास ਨਕਵੀ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ। ਮੁਖਤਾਰ ਅब्बास ਨਕਵੀ ਨੇ ਅੱਗੇ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਕੁਝ ਕਿਸਾਨਾਂ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤ ਰਹੀਆਂ ਨੇ, ਕਿਉਂਕਿ ਅਜਿਹੀਆਂ ਸਿਆਸੀ ਪਾਰਟੀਆਂ ਵਿਰੋਧੀ ਪਾਰਟੀਆਂ ਦੀ ਜ਼ਮੀਨ ਬੰਜਰ ਹੋ ਚੁੱਕੀ ਹੈ ਤੇ ਹੁਣ ਉਹ ਕਿਸਾਨਾਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਉਸ ਬੰਜਰ ਜ਼ਮੀਨ ਨੂੰ ਸਿੰਜਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਕਾਰਨ ਦਿੱਲੀ NCR ਵਿੱਚ ਭਾਰੀ ਜਾਮ ਲੱਗਾ ਰਿਹਾ। ਅੱਜ ਸੋਮਵਾਰ ਹੋਣ ਕਾਰਨ ਕੰਮਕਾਜੀ ਦਿਨ ਸੀ, ਇਸੇ ਕਰਕੇ ਦਿੱਲੀ ਆਉਣ ਵਾਲੀਆਂ ਸਾਰੀਆਂ ਸਰਹੱਦਾਂ ਉੱਤੇ ਜਾਮ ਦੀ ਸਥਿਤੀ ਸੀ। ਦਿੱਲੀ ਗੁਰੂਗ੍ਰਾਮ ਸਰਹੱਦ ਉੱਤੇ ਹਜ਼ਾਰਾਂ ਵਾਹਨ ਜਾਮ ਵਿੱਚ ਫਸੇ ਰਹੇ। ਕਿਸਾਨਾਂ ਨੇ ਦੇਸ਼ ਭਰ ਵਿੱਚ ਰੋਡ ਜਾਮ ਕਰਕੇ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨਿਆਂ ਨੂੰ 10 ਮਹੀਨੇ ਦਾ ਸਮਾਂ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਅੱਜ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲਿਆ। ਮੌੜ ਮੰਡੀ ਵਿਖੇ ਹਜ਼ਾਰਾਂ ਕਿਸਾਨਾਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਬ ਡਿਵੀਜ਼ਨ ਮੌੜ ਵਿਖੇ ਰਾਮਨਗਰ ਕੈਂਚੀਆ ਮੋੜ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਧਰਨਾ ਲਗਾ ਕੇ ਮੋਦੀ ਸਰਕਾਰ ਖਿਲਾਫ ਭਰਮੀ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਉੱਤੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ 32 ਕਿਸਾਨ ਜਥੇਬੰਦੀਆਂ ਵੱਲੋਂ 550 ਤੋਂ ਵੱਧ ਥਾਵਾਂ ਉੱਤੇ ਧਰਨੇ ਲਗਾਉਂਦਿਆਂ ਪੰਜਾਬ ਵਿੱਚ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ। ਪੰਜਾਬ ਭਰ ਵਿੱਚ ਕਰੀਬ 400 ਥਾਵਾਂ ਉੱਤੇ ਸੜਕੀ ਜਾਮ, 20 ਤੋਂ ਵੱਧ ਥਾਵਾਂ ਉੱਤੇ ਰੇਲ ਰੋਕੂ ਧਰਨੇ, 108 ਥਾਵਾਂ ਉੱਤੇ ਪਹਿਲਾਂ ਤੋਂ ਚੱਲਦੇ ਪੱਕੇ ਧਰਨੇ ਤੇ ਸੈਂਕੜੇ ਥਾਵਾਂ ਉੱਤੇ ਸ਼ਹਿਰਾਂ ਤੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢੇ ਗਏ। ਹੁਸ਼ਿਆਰਪੁਰ ਵੀ ਪੂਰਨ ਰੂਪ ਵਿੱਚ ਬੰਦ ਰਹੇ। ਇਸ ਮੌਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਖਿਲਾਫ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਚੌਂਕ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪਟਿਆਲਾ 'ਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਕਿਸਾਨਾਂ ਨੇ ਚੰਡੀਗੜ੍ਹ ਬਠਿੰਡਾ ਮੁੱਖ ਮਾਰਗ ਟੋਲ ਪਲਾਜ਼ਾ ਉੱਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ, ਜਿਸ ਦੌਰਾਨ ਕਿਸਾਨਾਂ ਨੇ PM ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਜ਼ਦੀਕ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੜਕ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਸੱਦੇ ਉੱਤੇ ਉਹਨਾਂ ਨੇ ਰੋਸ ਧਰਨਾ ਦਿੱਤਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਲੇ ਕਾਨੂੰਨ ਨੂੰ ਵਾਪਸ ਲਵੇ। ਇੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਉੱਥੇ ਹੀ ਧਾਰਮਿਕ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਜਿਹੜਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਬਿਲਕੁਲ ਅਸੀਂ 9ਵੀਂ ਪਾਤਸ਼ਾਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਿਲਕੁਲ ਬਾਹਰ ਖੜੇ ਹਾਂ, ਜਿੱਥੇ ਕਿ ਸਿੱਖ ਸੰਗਤਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ। ਤੁਹਾਨੂੰ ਤਸਵੀਰਾਂ ਦਿਖਾ ਦਈਏ, ਬਿਲਕੁਲ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਦੁੱਖ ਨਿਵਾਰਨ ਸਾਹਿਬ ਦੇ ਅਸਥਾਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੀ ਬਹੁਤ ਵੱਡੀ ਜਿਹੜੀ ਹੈ ਮਹਾਨਤਾ ਹੈ। ਤੁਹਾਨੂੰ ਇਹ ਰੋਡ ਦੀ ਗੱਲ ਕੀਤੀ ਜਾਵੇ, ਜਿਹੜਾ ਇਹ ਰੋਡ ਹੈ ਸਰਹੰਦ ਰੋਡ, ਜਿਹੜਾ ਕਿ ਬੱਸ ਸਟੈਂਡ ਪਟਿਆਲਾ ਨਾਲ ਜੋੜਦਾ ਹੈ। ਸਰਹੰਦ ਰੋਡ, ਸਰਹੰਦ ਬਾਈਪਾਸ, ਰਾਜਪੁਰਾ, ਬਠਿੰਡਾ ਮਾਰਗ ਨਾਲ ਜਿਹੜਾ ਹੈ ਇਹ ਰੋਡ ਜੋੜਦਾ ਹੈ। ਤੇ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ, ਇਹ ਉਹ ਸਿੱਖ ਜਥੇਬੰਦੀਆਂ ਨੇ ਜੋ ਸਮਾਜ ਦੇ ਵਿੱਚ ਜਿਹੜਾ ਲਗਾਤਾਰ ਧਾਰਮਿਕ ਜਿਹੜੀਆਂ ਨੇ ਉਹ ਕਾਰਜ ਕਰਦੀਆਂ ਨੇ। ਨਗਰ ਕੀਰਤਨ ਦੀ ਗੱਲ ਕੀਤੀ ਜਾਵੇ ਜਾਂ ਹੋਰ ਧਾਰਮਿਕ ਸਮਾਗਮਾਂ ਦੀ ਗੱਲ ਕੀਤੀ ਜਾਵੇ, ਇਹਨਾਂ ਜਥੇਬੰਦੀਆਂ ਵੱਲੋਂ ਜਿਹੜਾ ਸ਼ਮੂਲੀਅਤ ਕੀਤੀ ਜਾਂਦੀ ਹੈ। ਸੋ ਹਰ ਵਰਗ ਜਿਹੜਾ ਹੈ ਕਿਸਾਨਾਂ ਦੇ ਨਾਲ ਜਿਹੜਾ ਸਮਰਥਨ ਦੇ ਰਿਹਾ। ਸੋ ਧਾਰਮਿਕ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ। ਕੀ ਕਹਿਣਾ ਚਾਹੁੰਦੇ ਹੋ, ਜਿੱਥੇ ਸਾਰਾ ਜਿਹੜਾ ਦੇਸ਼ ਅੱਜ ਧਰਨਿਆਂ ਦੇ ਉੱਪਰ ਬੈਠਾ ਹੈ, ਜਿੱਥੇ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਕਿੱਦਾਂ ਸਹਿਯੋਗ ਕੀਤਾ ਜਾ ਰਿਹਾ ਹੈ? ਅੱਜ ਪਟਿਆਲਾ ਸ਼ਹਿਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ, ਧਾਰਮਿਕ ਸੁਸਾਇਟੀਆਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੌਂਕ ਸਰਹੰਦ ਰੋਡ ਵਿਖੇ, ਜੋ ਪਹਿਲਾਂ ਵੀ ਕਿਸਾਨਾਂ ਵੱਲੋਂ ਸਾਨੂੰ ਹੁਕਮ ਆਇਆ ਸੀ ਇੱਥੇ ਹੀ ਲਾਇਆ ਸੀ, ਅਸੀਂ ਉਦੋਂ ਚੱਕਾ ਜਾਮ ਲਾਇਆ ਸੀ, ਅੱਜ ਸ਼ਾਂਤਮਈ ਧਰਨਾ ਲਾਇਆ। ਇੱਥੇ ਸੰਗਤਾਂ ਬੈਠ ਕੇ ਨਾਮ ਜਪ ਰਹੀਆਂ। ਜਿਹੜਾ ਕੋਈ ਮਜਬੂਰ ਹੈ, ਐਂਬੂਲੈਂਸ ਵਾਲਾ ਬਿਮਾਰ ਹੈ, ਕਿਸੇ ਨੂੰ ਉਹਨੂੰ ਜਾਣ ਦਿੱਤਾ ਜਾਂਦਾ ਹੈ। 10 ਮਹੀਨੇ ਤੋਂ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨ ਮਜ਼ਦੂਰਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ BKU ਰਾਜੇਵਾਲ ਵੱਲੋਂ ਖੰਨਾ ਦੇ ਮੁੱਖ GT ਰੋਡ ਬੀਜਾ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਕੱਠੇ ਹੋਏ ਕਿਸਾਨ ਮਜ਼ਦੂਰਾਂ ਨੇ ਇੱਕ ਸੁਰ ਆਵਾਜ਼ ਵਿੱਚ ਨਾਅਰੇ ਲਗਾਏ।
ਕਿ ਜੇ ਮੋਦੀ ਸਰਕਾਰ ਮੰਡੀ ਬੰਦ ਕਰੇਗੀ ਤਾਂ ਕਿਸਾਨ ਭਾਰਤ ਬੰਦ ਕਰੇਗਾ। ਅੱਜ ਦਾ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਹੈ, ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਸੱਦਾ ਹੈ। ਸਮੂਹ ਦੇਸ਼ ਵਾਸੀਆਂ ਨੇ ਇਸ ਸੱਦੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਅੱਜ ਵੱਖ-ਵੱਖ ਸੂਬਿਆਂ ਤੋਂ ਖਬਰਾਂ ਆ ਰਹੀਆਂ ਨੇ, ਸਮੂਹ ਦੇਸ਼ ਦੇ ਵਿੱਚ ਹੀ ਭਾਵੇਂ ਉਹ ਸੜਕੀ ਆਵਾਜਾਈ ਆ, ਭਾਵੇਂ ਰੇਲ ਆਵਾਜਾਈ ਆ, ਸਾਰੇ ਬਾਜ਼ਾਰ ਬੰਦ ਨੇ, ਜਿੰਨੇ ਵੀ ਸ਼ਹਿਰ ਨੇ ਸਭ ਬੰਦ ਨੇ। ਲੋਕਾਂ ਨੇ ਬਿਨਾਂ ਕਹੇ ਖੁਦ ਆਪ ਆ ਕੇ ਇਸ ਬੰਦ ਦੇ ਵਿੱਚ ਸ਼ਮੂਲੀਅਤ ਕੀਤੀ ਆ। ਕਿਉਂਕਿ ਅੱਜ ਸਾਰੇ ਵਰਗ ਆਰਥਿਕ ਪੱਖੋਂ ਤੰਗ ਨੇ। ਮੋਦੀ ਦੀਆਂ ਨੀਤੀਆਂ ਤੋਂ ਅੱਜ ਉਹ ਸੁਚੇਤ ਹੋ ਚੁੱਕੇ ਨੇ। ਕਿਸਾਨ ਆਗੂਆਂ ਨੇ ਇਹ 'ਚ ਪਹਿਲ ਕੀਤੀ ਹੈ, ਲੋਕਾਂ ਜਾਗਰੂਕਤਾ ਫੈਲਾਈ ਹੈ। ਅੱਜ ਲੋਕ ਸਮਝ ਚੁੱਕੇ ਨੇ ਕਿ ਇਹ ਜੋ ਸੈਂਟਰ 'ਚ ਮੋਦੀ ਦੀ ਸਰਕਾਰ ਹੈ, ਇਹਨੇ ਸਾਰਾ ਦੇਸ਼ ਵੇਚਣੇ ਲਾਇਆ ਦੋ ਪੂੰਜੀਪਤੀਆਂ ਨੂੰ। ਅੱਜ ਜੇ ਦੇਸ਼ ਵਾਸੀ ਇਕੱਠੇ ਹੋਏ ਨੇ ਸਾਰੇ, ਜਿੱਥੇ ਵੀ ਮੈਂ ਪਿੱਛੇ ਵੀ ਜਾ ਕੇ ਆਇਆ 4-5 ਜਗ੍ਹਾ ਤੇ, ਮੁਕੰਮਲ ਤੌਰ ਤੇ ਜਿਵੇਂ ਤੁਸੀਂ ਕਹਿੰਦੇ ਹੋ ਸੀਜ਼ ਕੀਤਾ ਹੋਇਆ ਪੰਜਾਬ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦਾ ਅਸਰ ਮੁਕੇਰੀਆਂ ਵਿੱਚ ਵੀ ਮੁਕੰਮਲ ਤੌਰ ਤੇ ਵੇਖਣ ਨੂੰ ਮਿਲਿਆ, ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੁਕੇਰੀਆਂ ਇਕਾਈ ਵੱਲੋਂ ਪ੍ਰਧਾਨ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਤਾ ਰਾਣੀ ਚੌਂਕ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਇਸ ਮੌਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹ ਅਸੀਂ ਮਾਤਾ ਰਾਣੀ ਚੌਂਕ 'ਚ ਬੰਦ ਦਾ ਧਰਨਾ ਰੱਖਿਆ ਤੇ ਬਹੁਤ ਵਧੀਆ ਉਹ ਕਾਮਯਾਬ ਰਿਹਾ। ਕਿਸਾਨਾਂ 'ਚ ਬੜਾ ਉਤਸ਼ਾਹ ਹੈ ਇਹਨਾਂ ਗੱਲਾਂ ਦਾ ਕਿ ਇਹ ਆਪਣੀ ਇਹ ਜਿਹੜੀ ਕਿਸਾਨੀ ਦੀ ਗੱਲ ਹੈ ਉਹ ਅਸੀਂ ਕਰਨੀ ਆ। ਬੰਦ ਕਰਕੇ ਅਸੀਂ ਉੱਪਰ ਦਿੱਲੀ ਤੱਕ ਜਿਹੜੇ ਸਾਡੇ ਕਿਸਾਨ ਬੈਠੇ ਨੇ, ਅਸੀਂ ਇਹ ਆਪਣੀ ਜਿਹੜੀ ਉਹਨਾਂ ਤੱਕ ਅਸੀਂ ਆਵਾਜ਼ ਜਿਹੜੀ ਆ ਅਸੀਂ ਆਪਣੀ ਪਹੁੰਚਾਉਣੀ ਹੈ। ਇਸ ਕਰਕੇ ਅਸੀਂ ਸਾਰੇ ਹੀ ਜਿੰਨੇ ਕਿਸਾਨ ਨੇ ਸਾਰੇ ਇੱਥੇ ਆਏ ਨੇ, ਸਾਰਿਆਂ ਦਾ ਬਹੁਤ ਧੰਨਵਾਦੀ ਵੀ ਹਾਂ, ਧੰਨਵਾਦ ਵੀ ਕਰਦੇ ਹਾਂ। ਪਰ ਇਹ ਜ਼ਰੂਰੀ ਹੈ ਜਿੰਨਾ ਚਿਰ ਇਹ ਕਾਲੇ ਕਾਨੂੰਨ ਸਾਡੇ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹ ਜਿਹੜੇ ਧਰਨੇ ਨੇ ਇਸ ਤਰ੍ਹਾਂ ਹੀ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਲੱਗਦੇ ਰਹਿਣਗੇ। ਮਾਨਸਰ ਟੋਲ ਪਲਾਜ਼ਾ ਉੱਤੇ ਲਗਾਤਾਰ ਧਰਨੇ ਉੱਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਟੋਲ ਪਲਾਜ਼ਾ ਤੇ ਹਾਜੀਪੁਰ ਨੂੰ ਜਾਂਦੇ ਰਸਤੇ ਨੂੰ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਖੇਤੀ ਸੰਬੰਧੀ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਮੱਲਾਂਵਾਲਾ ਦੇ ਮੇਨ ਚੌਂਕ ਵਿੱਚ ਫਿਰੋਜ਼ਪੁਰ ਮੱਖੂ ਰੋਡ ਉੱਤੇ ਆਵਾਜਾਈ ਨੂੰ ਰੋਕ ਕੇ ਚੱਕਾ ਜਾਮ ਕੀਤਾ ਗਿਆ। ਇਸ ਚੱਕਾ ਜਾਮ ਵਿੱਚ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਲੀ ਦੇ ਵੱਖ-ਵੱਖ ਥਾਵਾਂ ਉੱਤੇ ਰੋਸ ਧਰਨੇ ਦਿੱਤੇ ਜਾ ਰਹੇ ਨੇ, ਪਰ ਕੇਂਦਰ ਸਰਕਾਰ ਦੇ ਸਿਰ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਕਸਬਾ ਮੱਲਾਂਵਾਲਾ ਦੇ ਮੇਨ ਚੌਂਕ ਦੇ ਵਿੱਚ ਫਿਰੋਜ਼ਪੁਰ ਮੱਖੂ ਰੋਡ ਜਾਮ ਕਰਕੇ ਉਸ ਨੂੰ ਸਫਲ ਬਣਾਉਣ ਵਾਸਤੇ ਇਹ ਚੱਕਾ ਜਾਮ ਕੀਤਾ ਗਿਆ ਵਾ। ਐਮਰਜੈਂਸੀ ਜਿਹੜੀਆਂ ਸੇਵਾਵਾਂ ਛੱਡ ਕੇ ਬਾਕੀ ਜਿਹੜੀ ਸਮੁੱਚੀ ਆਵਾਜਾਈ ਆ ਉਹ ਠੱਪ ਕੀਤੀ ਗਈ ਆ। ਇਹ ਜਿਹੜਾ ਚੱਕਾ ਜਾਮ ਕਰਨ ਦਾ ਮੁੱਖ ਮਕਸਦ ਜੋ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਵਿਖੇ ਨਿਰੰਤਰ ਜਿਹੜਾ ਸੰਘਰਸ਼ ਆ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਆ, ਉਸ ਸੰਘਰਸ਼ ਦੀ ਮਜ਼ਬੂਤੀ ਵਾਸਤੇ ਤੇ ਕੇਂਦਰ ਦੀ ਮੋਦੀ ਸਰਕਾਰ ਗੂੰਗੀ ਬੋਲੀ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਉਹਨੂੰ ਪੂਰਨ ਤੌਰ ਤੇ ਜਿਹੜਾ ਉਸ ਨੂੰ ਸਫਲ ਸਾਰੇ ਵਰਗਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਵਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਜਲੰਧਰ ਅਤੇ ਪੀਏਪੀ ਚੌਂਕ ਵਿਖੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਪੰਜਾਬ ਬੰਦ ਦੌਰਾਨ ਸਕੂਲ, ਕਾਲਜ, ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਪਰੰਤੂ ਸਿਰਫ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਨਜ਼ਰ ਆਈਆਂ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅਹਿਮਦਗੜ੍ਹ ਵਿੱਚ ਵੱਡਾ ਹੁੰਗਾਰਾ ਵੇਖਣ ਨੂੰ ਮਿਲਿਆ। ਜਥੇਬੰਦੀਆਂ ਨੇ ਵੱਖ-ਵੱਖ ਰਾਜਮਾਰਗਾਂ ਨੂੰ ਜਾਮ ਕਰਕੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਇਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਧਰਨੇ ਜਾਰੀ ਰਹਿਣਗੇ। ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਉੱਤੇ ਸਾਂਝੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਾਈਟਾਂ ਵਾਲੇ ਚੌਂਕ, ਸ੍ਰੀ ਹਰਗੋਬਿੰਦਪੁਰ ਵਿਖੇ ਕਿਸਾਨ ਮਜ਼ਦੂਰ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਊਨਾ ਅੰਮ੍ਰਿਤਸਰ ਹਾਈਵੇ ਨੂੰ ਬੰਦ ਕਰਕੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਗੁਰਦਾਸਪੁਰ ਧਾਰੀਵਾਲ ਨੈਸ਼ਨਲ ਹਾਈਵੇ ਨੂੰ ਕਿਸਾਨਾਂ ਨੇ ਜਾਮ ਕੀਤਾ। ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹੀਆਂ ਤੇ ਧਾਰੀਵਾਲ ਬਾਈਪਾਸ ਉੱਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਕਸਬਾ ਜੋਗਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਜੋਗਾ ਤੇ ਅਗਲੇ ਵਿੱਚ ਕਿਸਾਨਾਂ ਨੇ ਮਾਨਸਾ ਬਰਨਾਲਾ ਰੋਡ ਨੂੰ ਜਾਮ ਕੀਤਾ।
ਭਾਰਤ ਬੰਦ ਦੇ ਸੱਦੇ ਉੱਪਰ ਦੁਕਾਨਾਂ ਤੇ ਬਾਜ਼ਾਰ ਮੁਕੰਮਲ ਬੰਦ ਰਹੇ ਤੇ ਦੁਕਾਨਦਾਰਾਂ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉੱਥੇ ਇਸ ਮੌਕੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ। ਉਹਨਾਂ ਦਾ ਕਹਿਣਾ ਸੀ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਅੱਜ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਲੋਕਾਂ ਦੀ ਸਰਕਾਰ ਤੱਕ ਸਿੱਧੀ ਪਹੁੰਚ ਲਈ ਅਹਿਮ ਫੈਸਲਾ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋ ਰਹੀ ਕੈਬਨਿਟ ਦੀ ਪਲੇਠੀ ਮੀਟਿੰਗ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਚੁਣੇ ਹੋਏ ਮਿਊਨਿਸਪਲ ਕੌਂਸਲਰਾਂ, ਸਰਪੰਚਾਂ ਤੇ ਹੋਰਨਾਂ ਦੇ ਵਿਸ਼ੇਸ਼ ਐਂਟਰੀ ਕਾਰਡ ਬਣਾਏ ਜਾਣਗੇ, ਜਿਸ ਨਾਲ ਉਹ ਪੰਜਾਬ ਸਿਵਲ ਸਕੱਤਰੇਤ ਸਮੇਤ ਚੰਡੀਗੜ੍ਹ ਵਿਚਲੇ ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਦਾਖਲ ਹੋ ਸਕਣਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਣ ਤੇ ਸਤਿਕਾਰ ਵਾਸਤੇ ਲਿਆ ਗਿਆ ਹੈ। ਇਸ ਨਾਲ ਸਰਕਾਰ ਦਾ ਰਾਬਤਾ ਆਮ ਲੋਕਾਂ ਤੱਕ ਨਾਲ ਵਧੇਗਾ ਅਤੇ ਉਹਨਾਂ ਦੇ ਮਸਲੇ ਛੇਤੀ ਹੱਲ ਹੋਣਗੇ। ਇਹ ਕਾਰਡ ਸੰਬੰਧਿਤ ਜ਼ਿਲ੍ਹੇ ਦੇ ਡੀਸੀ ਅਤੇ ਐਸਡੀਐਮ ਦਫ਼ਤਰ ਵੱਲੋਂ ਜਾਰੀ ਕੀਤੇ ਜਾਣਗੇ। ਇਸ ਲਈ ਫਾਰਮੈਟ ਸੂਬਾ ਸਰਕਾਰ ਬਣਾਏਗੀ। ਇਸ ਤੋਂ ਇਲਾਵਾ ਬੈਠਕ ਦੌਰਾਨ ਮੁੱਖ ਮੰਤਰੀ ਨੇ ਅਫਸਰਸ਼ਾਹੀ ਲਈ ਵੀ ਸਖਤ ਹੁਕਮ ਜਾਰੀ ਕੀਤੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਨਰਮੀ ਨੂੰ ਗਲਤ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਲੋਕਾਂ ਦੇ ਕੰਮ ਨਾ ਕਰਨ ਵਾਲਿਆਂ ਦੀ ਛੁੱਟੀ ਹੋਵੇਗੀ ਅਤੇ ਅਫਸਰਾਂ ਨੂੰ ਲੋਕਾਂ ਦੇ ਕੰਮ ਕਰਨੇ ਹੀ ਪੈਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਿਕ ਸਲਾਹਕਾਰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧ ਰਹੇ ਨੇ। ਹੁਣ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਆਪਰੇਸ਼ਨ ਇਨਸਾਫ ਪੂਰਾ ਹੋ ਗਿਆ। ਇਸ ਵਿੱਚ ਬਿਨਾਂ ਕਿਸੇ ਕਾਰਨ ਦੇਰੀ ਹੋਈ, ਪਰ ਦੇਰ ਆਈ ਦਰੁਸਤ ਆਏ। ਉਹਨਾਂ ਦਾ ਇਹ ਬਿਆਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੁਸਤਫਾ ਨੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕੈਪਟਨ ਨੂੰ ਸੱਤਾ ਤੋਂ ਹਟਾਉਣ ਦਾ ਕੰਮ ਸਿਰੇ ਚੜਾਇਆ। ਮੁਸਤਫਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦਾ ਧਿਆਨ ਮਿਸ਼ਨ 2022 ਅਤੇ ਜਿੱਤੇਗਾ ਪੰਜਾਬ ਤੇ ਰਹੇਗਾ। ਉਹਨਾਂ ਕਿਹਾ ਕਿ ਇਸ ਵਿੱਚ ਆਉਣ ਵਾਲੀ ਇੱਕੋ ਇੱਕ ਰੁਕਾਵਟ ਹੁਣ ਦੂਰ ਕੀਤੀ ਗਈ ਹੈ। ਉਹਨਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਆਊਟ ਆਫ ਦਾ ਬਾਕਸ ਕਰਾਰ ਦਿੱਤਾ। ਪੂਰੀ ਦੁਨੀਆ ਵਿੱਚ ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸਪੀ ਸਿੰਘ ਬਰਾਏ ਵੱਲੋਂ ਹਮੇਸ਼ਾ ਹੀ ਲੋਕ ਭਲਾਈ ਦੇ ਕਾਰਜਾਂ ਵਿੱਚ ਮੂਹਰੇ ਹੋ ਕੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ। ਇਸੇ ਤਹਿਤ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਰਾਹੀਂ ਬੀਬੀ ਬਲਬੀਰ ਕੌਰ ਕੈਲੀਫੋਰਨੀਆ ਵੱਲੋਂ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਬਜਹੇੜੀ ਨੂੰ ਐਂਬੂਲੈਂਸ ਸੇਵਾ ਦਾਨ ਕੀਤੀ ਗਈ। ਇਸ ਮੌਕੇ ਪ੍ਰਧਾਨ ਜੱਸਾ ਸਿੰਘ ਸੰਧੂ, ਡਾਕਟਰ ਰਜਿੰਦਰ ਸਿੰਘ ਅਟਵਾਲ, ਸ਼੍ਰੀਮਤੀ ਇੰਦਰਜੀਤ ਕੌਰ ਗਿੱਲ, ਡਾਕਟਰ ਸਰਵਿੰਦਰ ਕੌਰ, ਕੁਲਦੀਪ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਇਸ ਮੌਕੇ ਡਾਕਟਰ ਐਸਪੀ ਸਿੰਘ ਬਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀ ਬਲਬੀਰ ਕੌਰ ਕੈਲੀਫੋਰਨੀਆ USA ਵੱਲੋਂ ਪਟਿਆਲਾ ਹੈੱਡ ਆਫਿਸ ਵਿਖੇ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਨੂੰ 36ਵੀਂ ਫ੍ਰੀ ਐਂਬੂਲੈਂਸ ਸੇਵਾ ਦੀਆਂ ਚਾਬੀਆਂ ਸੌਂਪੀਆਂ ਗਈਆਂ ਨੇ। ਇਸ ਮੌਕੇ ਡਾਕਟਰ ਓਬਰਾਏ ਨੇ ਬੀਬੀ ਬਲਬੀਰ ਕੌਰ ਕੈਲੀਫੋਰਨੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਵੱਲੋਂ ਡਾਕਟਰ ਐਸਪੀ ਸਿੰਘ ਬਰਾਏ ਅਤੇ ਸਮੂਹ ਟਰਸਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜਿੱਥੇ ਕਿ ਸਿਵਲ ਹਸਪੀਟਲ ਜਾਂ NGOs ਜਿਹੜੀਆਂ ਅੱਛਾ ਕੰਮ ਕਰ ਰਹੀਆਂ ਨੇ ਜਾਂ ਕਿਸਾਨੀ ਮੋਰਚਾ ਹੋ ਗਿਆ, ਸੋ ਉਹਨਾਂ ਨੂੰ ਐਂਬੂਲੈਂਸ ਜਿਹੜੀਆਂ ਟਾਈਮ ਟੂ ਟਾਈਮ ਡੋਨੇਟ ਕੀਤੀਆਂ ਜਾਂਦੀਆਂ ਨੇ। ਸੋ ਅੱਜ ਜਿਹੜੀ ਇੱਕ ਸੰਸਥਾ ਹੈਗੀ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਮੋਹਾਲੀ, ਜਿਹੜੇ ਸਪਾਈਨ ਇੰਜਰੀ ਦੇ ਜਿਹੜੇ ਪੇਸ਼ੈਂਟ ਨੇ ਜਿਹੜੇ ਕਿ ਘਰਾਂ 'ਚ ਪਏ ਹੋਏ ਨੇ ਪੰਜਾਬ ਦੇ ਵਿੱਚ, ਸੋ ਉਹਨਾਂ ਨੂੰ ਲਿਆ ਕੇ ਹਸਪੀਟਲਾਂ 'ਚ ਦਾਖਲ ਕਰਾਉਂਦੇ ਨੇ। ਸੋ ਉਹਨਾਂ ਦੀ ਇੱਕ ਰਿਕੁਆਇਰਮੈਂਟ ਸੀ, ਉਹਨਾਂ ਨੇ ਸਾਨੂੰ ਕਿਹਾ ਸੀ ਸਾਨੂੰ ਐਂਬੂਲੈਂਸ ਦਿੱਤੀ ਜਾਵੇ। ਸੋ ਅੱਜ ਜਿਹੜੀ 36ਵੀਂ ਐਂਬੂਲੈਂਸ ਹੈ ਇਹ ਅਸੀਂ ਇਹਨਾਂ ਨੂੰ ਇਹਦੀ ਚਾਬੀਆਂ ਫੜਾਈਆਂ ਇਹਨਾਂ ਨੂੰ, ਜਿਹਦੇ ਵਿੱਚ ਸਾਡੇ ਪਟਿਆਲਾ ਆਫਿਸ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ, ਡਾਕਟਰ ਅਟਵਾਲ, ਗਰੇਵਾਲ ਸਾਹਿਬ, ਡਾਕਟਰ ਗਿੱਲ, ਮਿਸਿਸ ਗਿੱਲ, ਡਾਕਟਰ ਸਰਵਿੰਦਰ ਤੇ ਇਹ ਸਾਰੇ ਦੇ ਹਾਜ਼ਰੀ ਵਿੱਚ ਇਹਨਾਂ ਨੂੰ ਸਪੁਰਦ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਬਲਬੀਰ ਕੌਰ ਜੀ ਜਿਹੜੇ ਕਿ ਕੈਲੀਫੋਰਨੀਆ ਤੋਂ ਨੇ USA ਤੋਂ, ਸੋ ਉਹਨਾਂ ਨੇ ਆਪਣੀ ਪੈਨਸ਼ਨ ਵਿੱਚੋਂ ਕਿਹਾ ਸੀ ਕਿ ਮੈਂ ਚੈੱਕ ਦਿਆਂਗੀ ਸਿੱਧਾ ਕੰਪਨੀ ਦੇ ਨਾਂ ਦਾ, ਤੇ ਇਹ ਐਂਬੂਲੈਂਸ ਜਿਹੜੀ ਮੇਰੇ ਵੱਲੋਂ ਡੋਨੇਟ ਕੀਤੀ ਜਾਵੇ। ਸੋ ਇਹ ਉਹਨਾਂ ਨੇ ਡੋਨੇਟ ਕੀਤੀ ਹੈ ਤੇ ਮੈਂ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੀ ਨੇਕ ਕਮਾਈ ਨੂੰ ਸਫਲ ਕੀਤਾ ਤੇ ਇਹ ਐਂਬੂਲੈਂਸ ਜਿਹੜੀ ਹੈ ਇਹ ਡੋਨੇਟ ਕੀਤੀ ਹੈ। ਸਭ ਤੋਂ ਪਹਿਲਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਨ੍ਹਾਂ ਨੂੰ SP ਸਿੰਘ ਓਬਰਾਏ ਲੀਡ ਕਰਦੇ ਨੇ, ਔਰ ਉਹਨਾਂ ਨੂੰ ਅਪਰੋਚ ਕੀਤਾ ਗਿਆ ਸੀਗਾ ਐਂਬੂਲੈਂਸ ਲਈ, ਔਰ ਬਹੁਤ ਹੀ ਸ਼ਾਰਟ ਸਪੈਨ ਆਫ ਟਾਈਮ ਦੇ ਵਿੱਚ ਇਹਨਾਂ ਨੇ ਇਹ ਐਂਬੂਲੈਂਸ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਲੋੜਵੰਦ ਮਰੀਜ਼ਾਂ ਦੇ ਕੰਮ ਆਉਣ ਗਿਆ। ਔਰ ਡਾਕਟਰ ਅਟਵਾਲ ਨੇ ਇਹਨਾਂ ਨੇ ਬਹੁਤ ਹੀ ਟਾਈਮਲੀ ਕੋਆਰਡੀਨੇਟ ਕੀਤਾ ਹੈ ਔਰ ਬਹੁਤ ਜਲਦੀ ਡਿਲੀਵਰੀ ਹੋਈ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ, ਸਾਰੇ ਟਰਸਟ ਦਾ। ਇਹ ਆਲ ਓਵਰ ਪੰਜਾਬ ਅਸੀਂ ਮਰੀਜ਼ ਲੈ ਕੇ ਆਉਂਦੇ ਹਾਂ ਸਪਾਈਨਲ ਕਾਰਡ ਇੰਜਰਡ ਪੇਸ਼ੈਂਟਸ, ਔਰ ਜੋ ਕਿ ਬਹੁਤ ਹੀ ਗਰੀਬ ਤਬਕੇ ਤੋਂ ਬਿਲੋਂਗ ਕਰਦੇ ਆ, ਦਿਹਾੜੀਦਾਰ ਡੇਲੀ ਵੇਜਰ ਹੁੰਦੇ ਨੇ। ਇਹ ਘਰਾਂ ਦੇ ਵਿੱਚ ਪਏ ਹੁੰਦੇ ਨੇ, ਕਈ ਸਾਲ ਇਹਨਾਂ ਨੂੰ ਧੁੱਪ ਦੇਖੇ ਵੀ ਹੋ ਜਾਂਦੇ ਆ, ਜ਼ਖਮਾਂ ਦੇ ਵਿੱਚ ਪਏ ਹੁੰਦੇ ਆ, ਮੈਗਟਸ ਪਏ ਹੁੰਦੇ ਆ, ਉਹਨਾਂ ਦੀ ਸੇਵਾ ਦੇ ਵਿੱਚ ਇਹ ਐਂਬੂਲੈਂਸ ਰਨ ਹੋਈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਪਸ਼ਨ ਦੌਰਾਨ ਚੁਣੇ ਗਏ ਦੋਵੇਂ ਮੈਂਬਰ ਅੱਜ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿੱਚ
ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਕਸ਼ਮੀਰ ਸਿੰਘ ਇਹ ਦੋਵੇਂ ਮੈਂਬਰ ਕੋਆਪਸ਼ਨ ਨਾਲ ਚੁਣੇ ਗਏ ਸਨ ਅਤੇ ਇਹਨਾਂ ਨੇ ਦਿੱਲੀ ਦੀ ਸੰਗਤ ਦੇ ਫਤਵੇ ਦਾ ਸਤਿਕਾਰ ਕਰਦਿਆਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਹਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਿੱਚ ਬੈਠ ਕੇ ਵੀ ਅਕਾਲੀ ਦਲ ਦੀ ਹਮਾਇਤ ਕਰਨ ਵਾਲਿਆਂ ਸਮੇਤ ਸਭ ਦੇ ਧੰਨਵਾਦੀ ਨੇ। ਸਾਡੇ ਸਾਰੇ ਮੈਂਬਰ ਸਾਹਿਬਾਨਾਂ ਵਾਸਤੇ ਬੜਾ ਇਤਿਹਾਸਿਕ ਪਲ ਆ, ਜਿੱਥੇ ਅਸੀਂ ਹੁਣ ਤੱਕ 30 ਮੈਂਬਰ ਸੀਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕੇ, ਗੁਰੂ ਸਾਹਿਬ ਦੀ ਬਖਸ਼ਿਸ਼ ਸਦਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸ ਘਰ 'ਚ ਵਾਧਾ ਹੋਇਆ ਹੈ ਔਰ 2 ਮੈਂਬਰ ਜਿਹੜੇ ਕਿ ਸਿੰਘ ਸਭਾਵਾਂ 'ਚੋਂ ਨੋਮੀਨੇਟ ਹੋਏ ਸੀ, ਜਿਨ੍ਹਾਂ ਦਾ ਪਹਿਲਾ ਸੀਰੀਅਲ ਨੰਬਰ ਜਿਸ ਦੇ ਅੰਦਰ ਸਰਦਾਰ ਮਲਕੀਤ ਸਿੰਘ ਜੀ ਜੋ ਸਾਡੇ ਵਿੱਚ ਬੈਠੇ ਨੇ, ਸਰਦਾਰ ਮਲਕੀਤ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਬੀਬੀ ਭਾਨੀ, ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਹੈ 12428। ਇਹ ਪਿਛਲੇ ਕਈ ਸਾਲਾਂ ਤੋਂ ਸਿੰਘ ਸਭਾ ਦੇ ਪ੍ਰਧਾਨ ਦੇ ਰੂਪ 'ਚ ਰਘਬੀਰ ਨਗਰ ਅੰਦਰ ਸੇਵਾ ਨਿਭਾ ਰਹੇ ਨੇ ਔਰ ਗੁਰੂ ਸਾਹਿਬ ਨੇ ਇਹਨਾਂ 'ਤੇ ਕਿਰਪਾ ਕੀਤੀ ਔਰ ਲੋਟਰੀ ਦੇ ਰਾਹੀਂ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨਾਂ ਦੀ ਮਹਾਨ ਸੇਵਾ ਜਿਹੜੀ ਆ ਉਹ ਗੁਰੂ ਸਾਹਿਬ ਨੇ ਇਹਨਾਂ ਦੀ ਝੋਲੀ ਪਾਈ ਆ। 13 ਨੰਬਰ ਔਰ ਇਹਨਾਂ ਦਾ ਸੀਰੀਅਲ ਨੰਬਰ ਵੀ 13 ਸੀ। ਜਿਹੜਾ ਸਭ ਤੋਂ ਪਹਿਲਾ ਨੰਬਰ ਨਿਕਲਿਆ ਉਹ ਇਹਨਾਂ ਦਾ 13 ਨੰਬਰ ਨਿਕਲਿਆ। ਦੂਜੇ ਮੇਰੇ ਨਾਲ ਬੈਠੇ ਨੇ ਸਰਦਾਰ ਕਸ਼ਮੀਰ ਸਿੰਘ ਜੀ। ਸਰਦਾਰ ਕਸ਼ਮੀਰ ਸਿੰਘ ਜੀ ਜੋ ਗੁਰਦੁਆਰਾ ਸ੍ਰੀਨਗਰ ਆ, ਗੁਰਦੁਆਰਾ ਸਿੰਘ ਸਭਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਇਹ ਦੂਜਾ ਜਿਹੜਾ ਮੈਂਬਰ ਦੇ ਰੂਪ 'ਚ ਨਾਮ ਇਹਨਾਂ ਦਾ ਨਿਕਲਿਆ। ਇਹਨਾਂ ਦਾ ਸੀਰੀਅਲ ਨੰਬਰ 11256 ਔਰ ਇਹ ਪਿਛਲੇ 8 ਸਾਲ ਤੋਂ ਗੁਰੂ ਘਰ ਦੀ ਜਿੱਥੇ ਮਹਾਨ ਸੇਵਾ ਨਿਭਾ ਰਹੇ ਸੀ, ਗੁਰੂ ਸਾਹਿਬ ਨੇ ਇਹਨਾਂ 'ਤੇ ਵੀ ਬਖਸ਼ਿਸ਼ ਕੀਤੀ ਆ ਔਰ ਹੁਣ ਇਹਨਾਂ ਨੂੰ ਵੀ ਇਹਨਾਂ ਮਹਾਨ ਗੁਰੂ ਧਾਮਾਂ ਦੀ ਜੋ ਗੁਰੂ ਚਰਨ ਛੋਹ ਸਥਾਨ ਨੇ ਉਹਨਾਂ ਦੀ ਮਹਾਨ ਸੇਵਾ ਮਿਲੀ ਆ। ਸੰਗਤ ਜੀ, ਇਹ ਅਸੀਂ ਆਪ ਦਾ ਧੰਨਵਾਦ ਕਰਦੇ ਹਾਂ, ਜਿੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਿਵਾ ਕੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ। ਕੌਮ ਦੀ ਔਰ ਪੰਥ ਦੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਔਰ ਗੁਰੂ ਸਾਹਿਬ ਦੀ ਰਹਿਮਤ ਵੀ ਦੇਖੋ, ਜਿਹੜੇ ਜਿਨ੍ਹਾਂ ਦੇ ਸਹੀ ਨਾਮ ਔਰ ਸਹੀ ਪਰਚੀਆਂ ਨਿਕਲੀਆਂ ਸੀਗੀਆਂ, ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਕਾਬਗੰਜ ਸਾਹਿਬ ਵਿਖੇ ਉਹ ਪਵਿੱਤਰ ਸਥਾਨ ਦੀ ਕਿਰਪਾ ਹੋਈ ਔਰ ਇਹ ਉਸ ਕਮੇਟੀ ਦਾ ਸਾਥ ਦੇ ਰਹੇ ਨੇ ਜਿਹਨੂੰ ਦਿੱਲੀ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਸੇਵਾ ਕਰਨ ਦਾ। ਜਿੱਥੇ 30 ਸੀਟਾਂ ਦੇ ਨਾਲ ਆਏ ਸੀ, ਅੱਜ 32 ਹੋਈਆਂ ਨੇ ਔਰ ਮੈਂ ਜੋ ਸੰਗਤ ਨਾਲ ਵਾਅਦਾ ਕੀਤਾ ਸੀ 40 ਸੀਟਾਂ ਦੇ ਨਾਲ ਇਹ ਗੁਰਦੁਆਰਾ ਕਮੇਟੀ ਦੀ ਹਾਊਸ ਜਿੱਦਣ ਕਨਸਟੀਟਿਊਟ ਹੋਊਗਾ ਉਦੋਂ 40 ਸੀਟਾਂ ਦੇ ਨਾਲ ਆਪਾਂ ਆਪਣੀ ਕਮੇਟੀ ਦੀ ਸੇਵਾ ਸੰਭਾਲਾਂਗੇ। ਬਾਕੀ ਸਾਰੇ ਮੈਂਬਰ ਵੀ ਜੁਆਇਨ ਕਰਨ ਤਿਆਰ ਨੇ, ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਕੰਟਰੋਵਰਸੀ ਹੋਵੇ, ਕਿਉਂਕਿ ਜਿੱਦਣ ਹਾਊਸ ਬਣੂਗਾ ਉਹ ਸਾਰੇ ਮੈਂਬਰ ਨੇ ਵੀ ਸਾਡਾ ਸਾਥ ਦੇਣ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਆ। ਸੋ ਮੈਂ ਧੰਨਵਾਦ ਕਰਦਾ ਉਹਨਾਂ ਮੈਂਬਰ ਸਾਹਿਬਾਨਾਂ ਦਾ ਵੀ, ਜਿਹੜੇ ਭਾਵੇਂ ਦੂਜੀਆਂ ਪਾਰਟੀਆਂ 'ਚ ਬੈਠੇ ਨੇ ਪਰ ਉਹ ਸਾਡਾ ਸਾਥ ਦੇ ਰਹੇ ਨੇ। ਬਹੁਤ ਹੀ ਵਧਾਈ ਵਾਲੀ ਗੱਲ ਜਿਹੜੀ ਸਰਦਾਰ ਮਲਕੀਤ ਸਿੰਘ ਜੀ ਔਰ ਸਰਦਾਰ ਕਸ਼ਮੀਰ ਸਿੰਘ ਜੀ, ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਔਰ ਜਿਹੜਾ ਲੋਟਰੀ ਦੇ ਰਾਹੀਂ ਜਿਹੜਾ ਸਿਸਟਮ ਹੈਗਾ ਕੋਆਪਸ਼ਨ ਦਾ, ਉਹਦੇ ਵਿੱਚ ਜਿਹੜਾ ਨੰਬਰ ਚੁਣਿਆ ਗਿਆ, ਪਹਿਲਾ ਨੰਬਰ ਜਿਹੜਾ 13 ਨੰਬਰ 'ਤੇ ਆਇਆ ਸੀ ਸਰਦਾਰ ਮਲਕੀਤ ਸਿੰਘ ਜੀ ਉਹਨਾਂ ਦਾ ਔਰ ਦੂਸਰਾ ਨੰਬਰ 190 ਨੰਬਰ ਜਿਹੜਾ ਸਰਦਾਰ ਕਸ਼ਮੀਰ ਸਿੰਘ ਜੀ ਜਿਹੜੇ ਸ਼੍ਰੀਨਗਰ ਰਾਣੀ ਬਾਗ ਤੋਂ ਹੈਗੇ ਔਰ ਸਰਦਾਰ ਮਲਕੀਤ ਸਿੰਘ ਜੀ ਵਿਸ਼ਨੂੰ ਗਾਰਡਨ ਰਘਬੀਰ ਨਗਰ ਤੋਂ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ। ਅੱਜ ਜਿਸ ਤਰੀਕੇ ਨਾਲ ਇਹਨਾਂ ਨੂੰ ਜਿਸ ਵਕਤ ਪਤਾ ਚੱਲਿਆ, ਇਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਆਪਣਾ ਫੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਪਾਉਣ ਵਾਸਤੇ ਇੱਥੇ ਪਹੁੰਚੇ ਆ। ਅਸੀਂ ਇਹਨਾਂ ਨੂੰ ਪਾਰਟੀ 'ਚ ਆਉਣ ਦਾ ਜੀ ਆਇਆਂ ਵੀ ਕਹਿੰਦੇ ਆ, ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦੇ ਆ ਔਰ ਵਧਾਈ ਵੀ ਦਿੰਦੇ ਆ ਕਿ ਗੁਰੂ ਮਹਾਰਾਜ ਨੇ ਜਿਸ ਤਰੀਕੇ ਦੇ ਨਾਲ ਤੁਹਾਡੇ 'ਤੇ ਰਹਿਮਤ ਬਖਸ਼ੀ ਹੈ, ਸਾਨੂੰ ਆਸ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀ ਇਮਾਨਦਾਰੀ, ਆਪਣੀ ਤਨਦੇਹੀ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਕਰ ਸਕੋ। ਸੋ ਮੈਂ ਸਾਰਿਆਂ ਨੂੰ, ਸਾਰੀ ਪਾਰਟੀ ਨੂੰ ਇੱਕ ਵਾਰ ਵਧਾਈ ਦਿੰਦਾ ਕਿ ਬਹੁਤ ਵੱਡਾ ਵਾਅਦਾ ਦਿਨ ਬੇ ਦਿਨ ਜਿਹੜਾ ਇਜ਼ਾਫਾ ਹੋ ਰਿਹਾ, ਇਹ ਸੱਚੇ ਤਰੀਕੇ ਦੇ ਨਾਲ ਜਿਹੜੀ ਸੇਵਾ ਪਿਛਲੇ ਸਮੇਂ ਦੇ ਵਿੱਚ ਕੀਤੀ ਹੈ, ਉਹ ਲੋਕਾਂ ਦੀਆਂ ਜਿਹੜੀਆਂ ਮਹਾਮਾਰੀਆਂ ਦੇ ਵਿੱਚ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਫੈਸਲਾ ਜੋ ਅਸੀਂ ਨਾਮ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅੱਜ ਲੋਕ ਚੱਲ ਕੇ ਆਪਣੇ ਆਪ ਆ ਰਹੇ ਆ ਔਰ ਜੋ ਅੱਜ ਇਹਨਾਂ ਨੇ ਫੈਸਲਾ ਲਿਆ ਹੈ, ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਪਾਰਟੀ ਦੇ ਵਿੱਚ ਆਉਣ ਨੂੰ ਜੀ ਆਇਆਂ ਕਰਦਾ। ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਪਵਨਦੀਪ ਸਿੰਘ ਸਾਨੀ ਉੱਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱਤਿਆ ਦਾ ਦੋਸ਼ ਲੱਗਿਆ। ਰਵਨੀਤ ਕੌਰ ਯੋਗਾ ਟ੍ਰੇਨਰ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰਗ ਕੀਤੇ ਜਾਣ ਦੀ ਧਾਰਾ 498 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ, ਸਗੋਂ ਰਵਨੀਤ ਦੇ ਮਾਪਿਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ ਉੱਤੇ ਰਵਨੀਤ ਕੌਰ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਦਾ ਮੁਕੱਦਮਾ ਵੀ ਦਰਜ ਕਰ ਲਿਆ।
इस मामले में सब तो पहला रवनीत के पति पवनदीप सिंह सानी को गिरफ्तार किया गया। ये 21 तारीख को सुबह तकरीबन 5 बजे के आसपास मेरी भांजी का फ़ोन आता है मेरे पास में कि मामू मम्मा उठ नहीं रही, तो आप जल्दी आ जाओ। तो हम लोग घर की तरफ निकले, पर इन द मीन टाइम जो मेरी दूसरी सिस्टर है, ये ट्विन सिस्टर्स हैं, तो जो छोटी वाली है वो और उनके हस्बैंड एंड साथ में 2 ट्रेनर्स उनको लेके पेंटामेट पहुंच गए थे। वो मैसेज मेरे पास आया, मैं पेंटामेट गया। पेंटामेट जाके हमने उनको वहाँ पे निकाल के आईसीयू में एडमिट कराया। तो एडमिट कराने के बाद 6/15/6/16 में उन्होंने डिक्लेयर कर दिया कि शी इज़ नो मोर। इन द मीन टाइम उनकी फैमिली से, मेरी जो सिस्टर की डेथ हो गई थी उसकी फैमिली में से कोई भी नहीं आया, ना जीजा, ना उसके फादर इन लॉ, ना उसकी मदर इन लॉ। उसके अलावा उनके रिश्तेदार पहले आए, फिर उसके बाद में वो आए। एंड वो थोड़ा हमें सस्पिशियस लगा कि क्या कारण है कि जब आपके घर का एक बच्चा डेथ बेड पे है तो आप में से कोई नहीं आया। उस चीज़ को देखते हुए हम लोगों ने स्टैंड लिया और पोस्टमार्टम के लिए रिक्वेस्ट करी। पोस्टमार्टम रिपोर्ट हमें कल जो एसीपी साहब हैं हमारे, उन्होंने एक्सप्लेन करी कि शी वाज ब्रूटली मर्डर्ड, वेयर एज हमें उस वक्त कहा जा रहा था इन लॉज के थ्रू उसके कि हार्ट अटैक है, जो हम एक्सेप्ट नहीं कर पा रहे थे बिकॉज शी वाज अ फिटनेस फ्रीक एंड शी वाज अ सर्टिफाइड योगा ट्रेनर एंड रात को भी वो 3 घंटे वर्कआउट करके गई है, तो इट्स नॉट पॉसिबल। तो जो रिपोर्ट आई उस रिपोर्ट में क्लियर कट मेंशन हो गया कि उसको मैनुअली स्ट्रैंगुलेट किया गया, जो हमें एसीपी साहब ने समझाया कि उसका गला घोट के उसको अच्छी तरीके से सफोकेट करके मारा गया। एंड उसके बाद में जस्टिस हैज़ टेकन इट्स कोर्स, कोर्ट हैज़ टेकन इट्स कोर्स। अब वो बिहाइंड बार्स हैं एंड लॉ जो एक्शन ले रहा है, वी आर वेटिंग फॉर दैट। गुरु अंगद देव निवास की मुख्य सेवादार परमजीत कौर पिंकी की प्रधानगी हेठ एक मीटिंग का आयोजन किया गया, जिस में श्री गुरु रामदास जी के गुरपुरब दी तैयारियों संबंधी विचार वटांदरा किया गया। इस मौके कुलदीप कौर, दविंदर कौर समेत होर भी मौजूद रहे। बीबी कौला जी भलाई केंद्र ट्रस्ट का 38वां सालाना समागम और बंदी छोड़ दिवस को समर्पित गुरुद्वारा सतसंग सभा बाजार लोहारा विखे श्री अखंड पाठ साहिब आरंभ करवाए गए। इस मौके भाई गोरखवाल सिंह जी ने दस्सिया कि दोवें दिन शाम 4 बजे तो 7 बजे तक गुरमत समागम होणगे, जिस विच पंथ प्रसिद्ध कीर्तनीय जथे और होर कथावाचक हाजरियां भरनगे। 30 सितंबर को भलाई केंद्र विखे अमृत संचार भी करवाए जाएंगे। जनहित समति पटियाला वालों संस्था मुखी SK गौतम की सरपरस्ती हेठ प्रभात परवाना कंपलैक्स विखे जरूरतमंदों की सहायता हेतु एक सादे समागम का आयोजन किया गया। इस प्रोग्राम में 2 जरूरतमंद विद्यार्थियों को पढ़ाई जारी रखने लिए 13,000 रुपए की वित्तीय सहायता दी गई। एक विद्यार्थी को किताबां कापियां ते 4 जरूरतमंद लड़कियों के विआह समान जिवें कि राशन, कपड़े, डिनर सैट, सिलाई मशीन आदि का समान दिता गया। इस समागम में बतौर मुख्य मेहमान मैडम सतेंद्र कौर वालिया, अशोक गोयल CA, प्रोफैसर राजेंद्र गुप्ता, एडवोकेट श्री KK सिंगला ने शमूलियत की। सर मैं विनोद शर्मा जन समति तो बोल रहा। अज असी इत्थे प्रभात परवाना हालत मैडम सतेंद्र कौर वालिया, साडे प्रधान गौतम जी, साडे वाइस सरपंच चमन लाल गर्ग जी, साडे जिंदल साहब, प्लस साडे डोनर अशोक गोयल CA जी, KK सिंगला जी, प्रोफैसर राजेंद्र गुप्ता जी, सारे आए सी। असी अज 4 लड़कियां दी मैरिज वास्ते सूट प्लस कुछ असी राशन प्रोवाइड किया, प्लस 3 बच्चों की 2 बच्चों की फीस, 1 बच्चों को किताबां दित्तियां सी। ते साडी कोशिश होंदी है भी जिन्ने साडे कोल कोई डोनर मंगदा है असीं उन्होंने डोनेट करिए। बड़े जेन्युइन केस सी। एक लड़की कंप्यूटर साइंस कर रही है, एक लड़की MSc मैथ कर रही है, एक फिजियोथेरेपी का कोर्स कर रही है फतेहगढ़ यूनिवर्सिटी तो, प्लस 4 लड़कियां जिहड़ियां बड़ियां ही डिजर्व करदियां सी। उन्होंने असीं सानू गीतांजलि वालियां ने और श्री आर्ट्स ने उन्होंने सूट दिते हैं, वो डोनेट किए हैं। प्लस सानू KK सिंगला जी ने कुछ अमाउंट राशन वास्ते डोनेट किया सी। एक साडे डोनर ने सीधा 10,000 रुपए की लड़की को कैश उन्होंने फैमिली वास्ते दिता। इस तरह असीं लोगों के सहयोग के नाल हमेशा कोशिश करते हैं भी लोगों की हेल्प कर सकीए और असीं हमेशा ही हेल्प कर रहे हैं। मैं ही रिक्वेस्ट करांगा डोनर नूं साडे तुसीं मैंबर बनो, सानू जो अमाउंट डोनेट करो बड़ी अच्छी तरह उन्होंने यूज करांगे। पंजाबी खबरां इस बुलेटिन में फिलहाल इन्ना ही। जाते जाते नज़र मारते हैं मौसम के हाल उत्ते। तुसीं वेखदे रहो चढ़दी कला टाइम TV। धन्नवाद।